ਭਗਵੰਤ ਮਾਨ ਸਾਹਿਬ ਤੱਕ ਕਿ ਅੱਜ ਦੇ ਤੁਸੀਂ ਪੀਸੀਐਸ ਅਫਸਰਾਂ ਤੋਂ ਡਰ ਗਏ, ਅੱਜ ਜੇ ਤੁਸੀਂ ਆਈਐਸ ਅਫਸਰਾਂ ਤੋਂ ਡਰ ਗਏ ਫਿਰ ਸਟੇਟ ਕਿਵੇਂ ਚਲਾਓਗੇ। ਮਤਲਬ ਇਹ ਨੀਲਮਾ ਇਦਾਂ ਹੀ ਬਚ ਜੂਗੀ। ਮਤਲਬ ਉਹ ਮਾਮੇ ਦੇ ਮੁੰਡੇ ਨਹੀਂ ਸੀ, ਇਹ ਮਾਮੇ ਦੀ ਕੁੜੀ ਆ ਜਿਹਨੂੰ ਤੁਸੀਂ ਬਚਾਉਣ ਚਲ ਗਏ। ਇਹਦੀ ਘਰ ਵਾਲਾ ਵੀ ਆਈਐਸ ਆ, ਇਹ ਖੁਦ ਡਾਇਰੈਕਟ ਆਈਐਸ ਆ। ਦੋ ਐਨਕਾਂ ਲਾ ਕੇ ਭ੍ਰਿਸ਼ਟਾਚਾਰੀਆਂ ਨੂੰ ਕਿਉਂ ਵੇਖਿਆ ਜਾ ਰਿਹਾ? ਆਈਐਸ ਤੇ ਪੀਸੀਐਸ ਅਫਸਰ ਇਕੱਠੇ ਹੋ ਕੇ ਮੁੱਖ ਮੰਤਰੀ ਨੂੰ ਮਿਲਦੇ ਨੇ ਤੇ ਪ੍ਰਭਾਵ ਇੰਨਾ ਪੈ ਜਾਂਦਾ ਹੈ ਕਿ ਵਿਜੀਲੈਂਸ ਅਧਿਕਾਰੀਆਂ ਨੂੰ ਤਲਬ ਤੱਕ ਕਰ ਲਿਆ ਜਾਂਦਾ ਹੈ। ਦੇਸ਼ ਨੂੰ ਅਗਰ ਜੇ ਲੁੱਟਿਆ ਨਾ ਪੋਲੀਟੀਸ਼ਨਾਂ ਤੋਂ ਵੱਧ ਦੇਸ਼ ਦੀ ਜਿਹੜੀ ਆਈਐਸ ਤੇ ਆਈਪੀਐਸ ਲੌਬੀ ਉਹਨਾਂ ਨੇ ਲੁੱਟਿਆ। ਦੇਸ਼ ਦੀ ਜਿਹੜੀ ਆਈਐਸ ਤੇ ਆਈਪੀਐਸ ਲੌਬੀ ਇਹ ਅਸਲ ਦੇ ਵਿੱਚ ਮਹਿਮੂਦ ਗਜ਼ਨਵੀ ਤੇ ਮਹਿਮੂਦ ਗੌਰੀ ਦੀਆਂ ਔਲਾਦਾਂ ਨੇ। ਪੋਲੀਟੀਸ਼ੀਅਨ ਆਪਾਂ ਕਹਿੰਦੇ ਕਿ ਕਰਪਟ ਨੇ, ਚੋਰ ਨੇ। ਸਾਰੇ ਆਈਐਸ ਆਈਪੀਐਸ ਅਫਸਰ ਨਹੀਂ ਚੋਰ, ਇਹ ਵੀ ਇਮਾਨਦਾਰ ਨੇ, ਉਧਰ ਵੀ ਇਮਾਨਦਾਰ ਨੇ। ਸਾਨੂੰ ਪੋਲੀਟੀਸ਼ੀਅਨ ਚੋਰ ਦਿਖਦੇ ਨੇ, ਸਾਨੂੰ ਕਦੀ ਆਈਐਸ ਆਈਪੀਐਸ ਅਫਸਰ ਲਟੇਰਾ ਨਹੀਂ ਦਿਖਦਾ। ਜਦ ਕਿ ਆਈਐਸ ਅਫਸਰ ਤੇ ਆਈਪੀਐਸ ਅਫਸਰਾਂ ਕਰਕੇ ਪੋਲੀਟੀਸ਼ੀਅਨ ਲੁਟੇਰੇ ਨੇ। ਪੋਲੀਟੀਸ਼ੀਅਨ ਤੇ ਭਗਵੰਤ ਮਾਨ ਸਾਹਿਬ ਨੇ ਫੜ ਲਏ ਜਿਨ੍ਹਾਂ ਨੂੰ ਫੜਨਾ ਹੀ, ਪਰ ਇਹ ਆਈਐਸ ਅਫਸਰ ਤਾਂ ਕਿਵੇਂ ਇਕੱਠੇ ਹੋ ਕੇ ਚੱਲ ਗਏ। ਮਤਲਬ ਇੱਕ ਨੀਲਮਾ ਆਈਐਸ ਆ, ਉਹਦੇ ਪਹਿਲਾਂ ਅਕਾਊਂਟ ਚੈੱਕ ਕੀਤੇ ਹੋਣਗੇ ਨਾ ਵਿਜੀਲੈਂਸ ਨੇ, ਉਹਦੇ ਖਾਤਿਆਂ 'ਚ ਪੈਸੇ ਗਏ, ਉਹਦੀ ਰਿਸ਼ਤੇਦਾਰਾਂ ਨੇ ਪਲਾਟ ਲਏ ਨੇ, ਤੇ ਹੁਣ ਕਹਿੰਦੇ ਪਰਮਿਸ਼ਨ ਦੀ ਕੀ ਲੋੜ ਪੈ ਗਈ ਜੀ? ਕਾਹਦੀ ਪਰਮਿਸ਼ਨ ਹੈ? ਕਲਰਕ ਫੜ ਲਓ, ਪਟਵਾਰੀ ਫੜ ਲਓ, ਸਿਪਾਹੀ ਫੜ ਲਓ। ਮਤਲਬ ਜੇ ਆਈਐਸ ਅਫਸਰ ਲੱਗ ਗਿਆ ਮਤਲਬ ਰੱਬ ਆ, ਰੱਬ ਨੂੰ ਨਹੀਂ ਤੁਸੀਂ ਫੜ ਸਕਦੇ ਹੈਗੇ। 70 ਜਾਣੇ 80 ਜਾਣੇ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਘਰ ਜਾ ਕੇ ਬੈਠ ਜਾਓ, ਸਰਕਾਰ ਡਰ ਗਈ ਜਿਵੇਂ ਅੱਜ ਹੋਇਆ। ਕਿਹੜਾ ਦਊਗਾ ਨੀਲਮਾ ਦੇ ਖਿਲਾਫ? ਕੌਣ ਦਊਗਾ ਜੀ ਪਰਮਿਸ਼ਨ? ਬਾਕੀਆਂ ਦੇ ਖਿਲਾਫ ਕਿਉਂ ਨਹੀਂ ਲਈ ਪਰਮਿਸ਼ਨ? ਤੇ ਫਿਰ ਜੇ ਇਹ ਇਮਾਨਦਾਰ ਆ ਤੇ ਜਿਹੜਾ ਪਿੱਛੇ ਜੋ ਸੰਜੇ ਪੋਪਲੀ ਉਹਦੇ ਬਾਰੇ ਆਈਐਸ ਕਿਉਂ ਨਹੀਂ ਇਕੱਠੇ ਹੋਏ? ਉਹ ਇੱਕ ਪੀਸੀਐਸ ਤੋਂ ਆਈਐਸ ਬਣਾ, ਇਹ ਡਾਇਰੈਕਟ ਆਈਐਸ। ਹਿੰਦੁਸਤਾਨ 'ਚ ਸਭ ਤੋਂ ਮਾੜੀ ਜਿਹੜੀ ਇਹ ਜਮਾਤ ਹੈ ਨਾ, ਉਹ ਆਈਐਸ ਤੇ ਆਈਪੀਐਸ ਆ। ਜੇ ਡਾਇਰੈਕਟ ਆਈਐਸ ਆਈਪੀਐਸ ਬਣ ਜੇ ਤੇ ਫਿਰ ਕਹਿੰਦੇ ਅਸੀਂ ਰੱਬ ਆ। ਜੇ ਕੋਈ ਪੀਸੀਐਸ ਸਟੇਟ ਸਿਵਲ ਸਰਵਿਸ ਤੋਂ ਪ੍ਰਮੋਟ ਹੋ ਜੇ ਉਹਨੂੰ ਅਫਸਰ ਨਹੀਂ ਮੰਨਦੇ। ਔਰ ਫਿਰ ਜੇ ਕੋਈ ਦਲਿਤ ਵਿਚਾਰਾ ਆਈਐਸ ਆਈਪੀਐਸ ਬਣ ਜਾਂਦਾ ਉਹਨੂੰ ਇਹ ਜਰਨਲ ਸਮਾਜ ਵਾਲੇ ਆਈਐਸ ਤੇ ਆਈਪੀਐਸ ਨਹੀਂ ਮੰਨਦੇ ਹੈਗੇ। ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਸੀ ਇਹਨਾਂ ਸਾਰਿਆਂ ਦੇ ਖਿਲਾਫ ਗਵਰਨਮੈਂਟ ਆਫ ਇੰਡੀਆ ਨੂੰ ਚਿੱਠੀ ਲਿਖ ਦਿੰਦੇ ਹੈਗੇ ਕਿ ਮੈਨੂੰ 70 ਆਈਐਸ ਹੋਰ ਦੇ ਦਿਓ, ਮੈਨੂੰ ਇਹ ਨਹੀਂ ਚਾਹੀਦੇ। ਮੁੱਖ ਮੰਤਰੀ ਭਗਵੰਤ ਮਾਨ ਦੀ ਐਸੀ ਕਿਹੜੀ ਮਜਬੂਰੀ ਹੈ ਕਿ ਉਹਨਾਂ ਨੇ ਉਹਨਾਂ ਦੀ ਗੱਲ ਨੂੰ ਅਸੈਪਟ ਕੀਤਾ ਔਰ ਵਿਜੀਲੈਂਸ ਵਾਲੇ ਅਧਿਕਾਰੀ ਤਲਬ ਕਰ ਲਏ? ਔਰ ਕੋਈ ਗੁਨਾਹ ਹੋ ਗਿਆ ਜੇ ਵਿਜੀਲੈਂਸ? ਵਰਿੰਦਰ ਕੁਮਾਰ ਵੀ ਤੇ ਉੱਥੋਂ ਹੀ ਟ੍ਰੇਨਿੰਗ ਕਰਦਾ, ਉਹ ਕਿਹੜਾ ਕੀ ਉੱਥੋਂ ਸਿਪਾਹੀ ਤੋਂ ਆਈਪੀਐਸ ਲੱਗਾ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਗੱਲ ਕਰਦੇ ਹਾਂ ਮਾਨ ਸਰਕਾਰ ਦੇ ਏਜੰਡੇ ਦੀ, ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਦੀਆਂ ਗੱਲਾਂ, ਮੁਹਿੰਮ ਚਲਾਉਣ ਦੀ ਗੱਲ। ਜੇਕਰ ਭ੍ਰਿਸ਼ਟਾਚਾਰ ਦੇ ਵਿਰੁੱਧ ਸਰਕਾਰ ਲੜਨਾ ਚਾਹੁੰਦੀ ਹੈ ਤੇ ਬਹੁਤ ਵਧੀਆ, ਸ਼ਾਬਾਸ਼ ਵਾਲੀ ਗੱਲ ਹੈ। ਪਰ ਦੋ ਐਨਕਾਂ ਲਾ ਕੇ ਭ੍ਰਿਸ਼ਟਾਚਾਰੀਆਂ ਨੂੰ ਕਿਉਂ ਵੇਖਿਆ ਜਾ ਰਿਹਾ? ਆਈਐਸ ਤੇ ਪੀਸੀਐਸ ਅਫਸਰ ਇਕੱਠੇ ਹੋ ਕੇ ਮੁੱਖ ਮੰਤਰੀ ਨੂੰ ਮਿਲਦੇ ਨੇ ਤੇ ਪ੍ਰਭਾਵ ਇੰਨਾ ਪੈ ਜਾਂਦਾ ਹੈ ਕਿ ਵਿਜੀਲੈਂਸ ਅਧਿਕਾਰੀਆਂ ਨੂੰ ਤਲਬ ਤੱਕ ਕਰ ਲਿਆ ਜਾਂਦਾ ਹੈ। ਮਸਲਾ ਕੀ ਹੈ ਪੂਰਾ? ਜੇਕਰ ਪੀਸੀਐਸ ਜਾਂ ਆਈਐਸ ਅਫਸਰ ਨੇ ਉਹ ਜੇਕਰ ਭ੍ਰਿਸ਼ਟਾਚਾਰ ਦੇ ਮਸਲੇ 'ਚ ਕਾਬੂ ਆਉਂਦੇ ਨੇ ਤਾਂ ਉਹਨਾਂ ਨੂੰ ਪਰਮਿਸ਼ਨ ਦੀ ਕਿਉਂ ਲੋੜ ਹੈ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ? ਚਾਹੇ ਚਪੜਾਸੀ ਹੈ ਤੇ ਚਾਹੇ ਕੋਈ ਆਈਐਸ ਅਫਸਰ ਜਾਂ ਕੋਈ ਇਸ ਤੋਂ ਵੀ ਵੱਡਾ ਅਧਿਕਾਰੀ, ਉਹਨਾਂ ਨੂੰ ਪਰਮਿਸ਼ਨ ਦੀ ਲੋੜ ਕਿਉਂ ਹੈ ਉਹਨਾਂ ਦੇ ਲਈ ਕਿ ਉਹਨਾਂ ਦੇ ਉੱਤੇ ਕਾਰਵਾਈ ਕਰੀਏ ਤੇ ਪਹਿਲਾਂ ਪਰਮਿਸ਼ਨ ਲਵੇ ਸਰਕਾਰ? ਇਹ ਸਾਰੀਆਂ ਗੱਲਾਂ ਤੇ ਚਰਚਾ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ। ਭੁੱਲਰ ਸਾਹਿਬ, ਹਨੇਰੀ ਚੱਲ ਗਈ ਸੀ ਜਦੋਂ ਦੇ 9 ਮਹੀਨੇ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਮਰਜ਼ੀ ਸਟੇਜ ਤੇ ਜਾਣ ਕਹਿੰਦੇ ਭ੍ਰਿਸ਼ਟਾਚਾਰੀ ਨਹੀਂ ਅਸੀਂ ਬਖਸ਼ਣੇ, ਚਾਹੇ ਉਹ ਸਾਬਕਾ ਮੰਤਰੀਆਂ ਤੇ ਕਾਰਵਾਈ ਹੋਈ ਹੋਵੇ ਤੇ ਚਾਹੇ ਕੋਈ ਕਿਸੇ ਹੋਰ ਦੇ ਉੱਤੇ। ਉਹ ਇੱਕ ਬਹੁਤ ਵਧੀਆ ਗੱਲ ਹੈ। ਪਰ ਹੁਣ ਆਈਐਸ ਤੇ ਪੀਸੀਐਸ ਅਫਸਰਾਂ ਦੇ ਇਕੱਠ ਤੋਂ ਏਕੇ ਤੋਂ ਡਰਦੀ ਨਜ਼ਰ ਆ ਰਹੀ ਹੈ ਸਰਕਾਰ। ਇਸ ਦਾ ਕਾਰਨ ਕੀ ਹੈ? ਸੰਦੀਪ, ਮੈਨੂੰ ਲੱਗਦਾ ਕਿ ਹਮੇਸ਼ਾ ਜਦੋਂ ਆਪਾਂ ਕਹਿੰਦੇ ਨੇ ਕਿ ਮੰਦਰ ਦੀਆਂ ਜਿਹੜੀਆਂ ਪੌੜੀਆਂ ਨਾ, ਜਿੰਨਾ ਚਿਰ ਅਸੀਂ ਉੱਪਰੋਂ ਨਾ ਸਾਫ਼ ਕਰਾਂਗੇ ਉਹਨਾਂ ਚਿਰ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਨਕੇਲ ਨਹੀਂ ਪੈਣੀ, ਨੱਥ ਨਹੀਂ ਪੈਣੀ। ਅਸੀਂ ਹਮੇਸ਼ਾ ਹੇਠਲੇ ਪੌੜੇ ਤੋਂ ਸਾਫ਼ ਕਰਦੇ ਹਾਂ। ਉਹ ਜਦੋਂ ਉੱਪਰਲੇ ਪੌੜੇ ਤੱਕ ਸਾਫ਼ ਕਰਦੇ ਫਿਰ ਨੀਚੇ ਪੌੜੀ 'ਤੇ ਆ ਜਾਂਦਾ, ਗੰਦ ਆ ਜਾਂਦਾ, ਫਿਰ ਸਾਫ਼ ਕਰਨੀ ਪੈਂਦੀ ਆ। ਅਸਲ 'ਚ ਇਹ ਜਿਹੜੇ ਹਿੰਦੁਸਤਾਨ ਦੇ ਵਿੱਚ ਸਟੱਡੀ ਬੜੀ ਵਾਰ ਹੋਈ ਆ ਕਿ ਦੇਸ਼ ਨੂੰ ਅਗਰ ਜੇ ਲੁੱਟਿਆ ਨਾ ਪੋਲੀਟੀਸ਼ਨਾਂ ਤੋਂ ਵੱਧ ਦੇਸ਼ ਦੀ ਜਿਹੜੀ ਆਈਐਸ ਤੇ ਆਈਪੀਐਸ ਲੌਬੀ ਉਹਨਾਂ ਨੇ ਲੁੱਟਿਆ। ਇੱਥੇ ਜਥੇਦਾਰ ਅੰਗਰੇਜ਼ ਸਿੰਘ ਬਡਹੇਰੀ ਹੁੰਦੇ ਸੀ, ਉਸ ਵਿਚਕਾਰ ਨਹੀਂ ਰਹੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕੇ। ਉਹ ਅਕਸਰ ਕਹਿੰਦੇ ਹੁੰਦੇ ਕਿ ਦੇਸ਼ ਦੀ ਜਿਹੜੀ ਆਈਐਸ ਤੇ ਆਈਪੀਐਸ ਲੌਬੀ ਇਹ ਅਸਲ ਦੇ ਵਿੱਚ ਮਹਿਮੂਦ ਗਜ਼ਨਵੀ ਤੇ ਮਹਿਮੂਦ ਗੌਰੀ ਦੀਆਂ ਔਲਾਦਾਂ ਨੇ ਜਿਨ੍ਹਾਂ ਇਹਨਾਂ ਲੁੱਟਿਆ। ਹੁਣ ਦੇਖੋ ਪੋਲੀਟੀਸ਼ੀਅਨ ਆਪਾਂ ਕਹਿੰਦੇ ਕਿ ਕਰਪਟ ਨੇ, ਚੋਰ ਨੇ।
ਠੀਕ ਹੈ ਸਾਰੇ ਉਹ ਵੀ ਨਹੀਂ ਚੋਰ, ਸਾਰੇ IAS IPS ਅਫਸਰ ਵੀ ਨਹੀਂ ਚੋਰ, ਇਹ ਵੀ ਇਮਾਨਦਾਰ ਨੇ, ਉਧਰ ਵੀ ਇਮਾਨਦਾਰ ਨੇ। ਲੇਕਿਨ ਪੋਲੀਟੀਸ਼ੀਅਨ ਸਾਨੂੰ ਸਭ ਤੋਂ ਅਸੀਂ ਜਦੋਂ ਇੱਕ ਬਤੌਰ ਨਾਗਰਿਕ ਜਦੋਂ ਦੇਸ਼ ਦੇ ਵਾਸੀ ਗੱਲ ਕਰਦੇ, ਸਾਨੂੰ ਪੋਲੀਟੀਸ਼ੀਅਨ ਚੋਰ ਦਿਖਦੇ ਨੇ, ਬੇਈਮਾਨ ਦਿਖਦੇ ਨੇ, ਕਰਪਟ ਦਿਖਦੇ ਨੇ, ਲੁਟੇਰੇ ਦਿਖਦੇ ਨੇ। ਸਾਨੂੰ ਕਦੀ IAS IPS ਅਫਸਰ ਲੁਟੇਰਾ ਨਹੀਂ ਦਿਖਦਾ, ਜਦ ਕਿ IAS ਅਫਸਰ ਤੇ IPS ਅਫਸਰਾਂ ਕਰਕੇ ਪੋਲੀਟੀਸ਼ੀਅਨ ਲੁਟੇਰੇ ਨੇ, ਠੱਗ ਨੇ, ਠੱਗੀਆਂ ਮਾਰਦੇ ਨੇ। ਜਦ ਇਹ ਕਹਿ ਦੇਣ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਆ, ਇਸ ਤਰ੍ਹਾਂ ਨਹੀਂ ਹੋ ਸਕਦਾ। ਇਹ ਉਹਨਾਂ ਨੂੰ ਦਾ ਪੇਚ ਸਿਖਾਉਂਦੇ ਨੇ ਕਿ ਨਾਲੇ ਤੁਸੀਂ ਕਮਾਓ ਨਾਲੇ ਸਾਨੂੰ ਕਮਾਉਣ ਦਿਓ। ਇਸ ਕਰਕੇ ਪੋਲੀਟੀਸ਼ੀਅਨ ਤੇ ਭਗਵੰਤ ਮਾਨ ਸਾਹਿਬ ਨੇ ਫੜ ਲਏ ਜਿਨ੍ਹਾਂ ਨੂੰ ਫੜਨਾ ਹੀ ਹੋ ਸਕਦਾ, ਹੋਰਾਂ ਨੂੰ ਵੀ ਫੜਨਾ ਚਾਹੀਦਾ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ। ਆਪਾਂ ਤਾਂ ਕਹਿੰਦੇ ਮਾਨ ਸਾਹਿਬ ਸਾਰਿਆਂ ਨੂੰ ਫੜਨ, ਪਰ ਇਹ IAS ਅਫਸਰ ਤਾਂ ਕਿਵੇਂ ਇਕੱਠੇ ਹੋ ਕੇ ਚੱਲ ਗਏ? ਮਤਲਬ ਇੱਕ ਨੀਲਮਾ IAS ਆ, ਉਹਦੇ ਪਹਿਲਾਂ ਅਕਾਊਂਟ ਚੈੱਕ ਕੀਤੇ ਹੋਣਗੇ ਨਾ ਵਿਜੀਲੈਂਸ ਨੇ, ਉਹਦੇ ਖਾਤਿਆਂ 'ਚ ਪੈਸੇ ਗਏ, ਉਹਦੀ ਰਿਸ਼ਤੇਦਾਰਾਂ ਨੇ ਪਲਾਟ ਲਏ ਨੇ, ਤੇ ਹੁਣ ਕਹਿੰਦੇ ਪਰਮਿਸ਼ਨ ਦੀ ਕੀ ਲੋੜ ਪੈ ਗਈ ਜੀ? ਕਾਹਦੀ ਪਰਮਿਸ਼ਨ? ਤੁਸੀਂ ਚਪੜਾਸੀ ਫੜ ਲਓ, ਉਹ ਨਹੀਂ ਫਿਰ ਸਰਕਾਰੀ ਮੁਲਾਜ਼ਮ, ਕਲਰਕ ਫੜ ਲਓ, ਪਟਵਾਰੀ ਫੜ ਲਓ, ਸਿਪਾਹੀ ਫੜ ਲਓ, ਉਹਦੀ ਕੋਈ ਕੀਮਤ ਨਹੀਂ। ਮਤਲਬ ਜੇ IAS ਅਫਸਰ ਲੱਗ ਗਿਆ ਮਤਲਬ ਰੱਬ ਆ, ਰੱਬ ਨੂੰ ਨਹੀਂ ਤੁਸੀਂ ਫੜ ਸਕਦੇ ਹੈਗੇ। ਜਿਹੜਾ ਮਰਹੂਮ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸੀ, ਇਹ ਉਹਨਾਂ ਵੇਲੇ ਐਕਟ 'ਚ ਅਮੈਂਡਮੈਂਟ ਹੋਈ ਸੀ, ਜਿਹੜਾ ਕਹਿੰਦੇ ਨਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ 1988 ਦਾ ਸੈਕਸ਼ਨ 17, ਇਹ ਉਦੋਂ ਅਮੈਂਡਮੈਂਟ ਕਰ ਗਈ। ਮੈਂ ਤਾਂ ਕਹਿੰਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਚਾਹੀਦਾ ਕਿ ਜਾ ਕੇ ਮਸੂਰੀ ਇਹਨਾਂ ਜਿੱਥੇ ਟ੍ਰੇਨਿੰਗ ਸੈਂਟਰ IAS ਆ, ਉੱਥੇ ਮੈਨੂੰ ਲੱਗਦਾ ਸਭ ਤੋਂ ਵੱਧ ਹੀ ਇਹਨਾਂ ਨੂੰ ਪੜ੍ਹਾਇਆ ਨਹੀਂ ਜਾਂਦਾ, ਕਾਨੂੰਨ ਨਹੀਂ ਸਿਖਾਏ ਜਾਂਦੇ। ਉੱਥੇ ਇਹ ਸਿਖਾਇਆ ਜਾਂਦਾ ਕਿ ਕਰਪਸ਼ਨ ਕਿਵੇਂ ਕਰਨੀ ਆ, ਤੇ ਜੇ ਕਰਪਸ਼ਨ ਕਰਨੀ ਆ ਤਾਂ ਕਿਵੇਂ ਬਚਣਾ ਹੈਗਾ ਵਾ। 70 ਜਾਣੇ 80 ਜਾਣੇ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਘਰ ਜਾ ਕੇ ਬੈਠ ਜਾਓ, ਸਰਕਾਰ ਡਰ ਗਈ, ਜਿਵੇਂ ਅੱਜ ਹੋਇਆ। ਇਹ ਮੈਨੂੰ ਲੱਗਦਾ ਉੱਥੇ ਮਸੂਰੀ ਜਿਹੜਾ ਟ੍ਰੇਨਿੰਗ ਸੈਂਟਰ IAS ਅਫਸਰ ਜਿੱਥੇ ਟ੍ਰੇਨ ਕੀਤੇ ਜਾਂਦੇ ਨੇ, ਜਦੋਂ UPSC ਕਲੀਅਰ ਕਰਦੇ ਨੇ, ਉਦੋਂ ਉਹਨਾਂ ਨੂੰ ਇਹ ਟ੍ਰੇਨਿੰਗ ਕੀਤੀ ਜਾਂਦੀ ਆ, ਕਰਪਸ਼ਨ ਰੱਜ ਕੇ ਕਰਨੀ ਆ, ਤੇ ਜੇ ਤੁਸੀਂ ਫੜੇ ਜਾਓਗੇ ਤੇ ਸਰਕਾਰ ਨੂੰ ਡਰਾ ਦਿਓ। ਹੁਣ ਕਿਹੜਾ ਦਊਗਾ ਨੀਲਮਾ ਦੇ ਖਿਲਾਫ? ਕੌਣ ਦਊਗਾ ਜੀ ਪਰਮਿਸ਼ਨ? ਠੀਕ ਹੈ, ਬਾਕੀਆਂ ਦੇ ਖਿਲਾਫ ਕਿਉਂ ਨਹੀਂ ਲਈ ਪਰਮਿਸ਼ਨ? ਹੁਣ ਫਾਈਲ ਕਿਤੇ ਜਾਊਗੀ, ਸੈਕਟਰੀ ਪਰਸੋਨਲ ਕੋਲ ਰੁਲਦੀ ਰਹੂਗੀ, ਫਿਰ ਚੀਫ ਸੈਕਟਰੀ ਕੋਲ ਰੁਲਦੀ ਰਹੇਗੀ, ਫਿਰ ਪ੍ਰਿੰਸੀਪਲ ਸੈਕਟਰੀ ਟੂ CM ਕੋਲ ਰੁਲਦੀ ਰਹੇਗੀ, ਫਿਰ ਮੁੱਖ ਮੰਤਰੀ ਤੱਕ ਰੁਲਦੀ ਰਹੂਗੀ। ਮਤਲਬ ਇਹ ਨੀਲਮਾ ਇੱਦਾਂ ਹੀ ਬਚ ਜੂਗੀ। ਬਾਕੀ ਜਿਹੜੇ ਫੜੇ ਗਏ ਨੇ, ਮਤਲਬ ਉਹ ਮਾਮੇ ਦੇ ਮੁੰਡੇ ਨਹੀਂ ਸੀ, ਇਹ ਮਾਮੇ ਦੀ ਕੁੜੀ ਆ ਜਿਹਨੂੰ ਤੁਸੀਂ ਬਚਾਉਣ ਚੱਲ ਗਏ। ਕਿਉਂ ਕਿ ਇਹਦੀ ਘਰ ਵਾਲਾ ਵੀ IAS ਆ, ਇਹ ਖੁਦ ਡਾਇਰੈਕਟ IAS ਆ। ਤੇ ਫਿਰ ਜੇ ਇਹ ਇਮਾਨਦਾਰ ਆ, ਤੇ ਜਿਹੜਾ ਪਿੱਛੇ ਜੋ ਸੰਜੇ ਪੋਪਲੀ, ਉਹਦੇ ਵੇਲੇ IAS ਕਿਉਂ ਨਹੀਂ ਇਕੱਠੇ ਹੋਏ? ਮਤਲਬ ਉਹ ਇੱਕ PCS ਤੋਂ IAS ਬਣਾ, ਇਹ ਡਾਇਰੈਕਟ IAS। ਹਿੰਦੁਸਤਾਨ 'ਚ ਸਭ ਤੋਂ ਮਾੜੀ ਜਿਹੜੀ ਜਮਾਤ ਆ ਨਾ, ਉਹ IAS ਤੇ IPS ਆ। ਜੇ ਡਾਇਰੈਕਟ IAS IPS ਬਣ ਜੇ ਤੇ ਫਿਰ ਕਹਿੰਦੇ ਅਸੀਂ ਰੱਬ ਆ। ਜੇ ਕੋਈ PCS ਸਟੇਟ ਸਿਵਲ ਸਰਵਿਸ ਤੋਂ ਪ੍ਰਮੋਟ ਹੋ ਜੇ, ਉਹ ਉਹਨੂੰ ਅਫਸਰ ਨਹੀਂ ਮੰਨਦੇ। ਔਰ ਫਿਰ ਜੇ ਕੋਈ ਦਲਿਤ ਵਿਚਾਰਾ IAS IPS ਬਣ ਜਾਂਦਾ, ਉਹਨੂੰ ਇਹ ਜਰਨਲ ਸਮਾਜ ਵਾਲੇ IAS ਤੇ IPS ਨਹੀਂ ਮੰਨਦੇ ਹੈਗੇ ਵੀ ਤੁਸੀਂ ਤਾਂ ਯਾਰ ਕੋਟੇ 'ਚੋਂ ਆਏ। ਇਹ ਇਹਨਾਂ ਲੋਕਾਂ ਦੀ ਸੋਚ ਆ, ਇੰਨੇ ਕਰਪਟ ਨੇ ਇਹ ਜ਼ਿਆਦਾ। ਅੱਜ ਕਿਵੇਂ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਸੀ ਇਹਨਾਂ ਸਾਰਿਆਂ ਦੇ ਖਿਲਾਫ ਗੌਰਮੈਂਟ ਆਫ ਇੰਡੀਆ ਨੂੰ ਚਿੱਠੀ ਲਿਖ ਦਿੰਦੇ ਹੈਗੇ, ਪ੍ਰਧਾਨ ਮੰਤਰੀ ਸਾਹਿਬ ਨੂੰ, ਕਿ ਮੈਨੂੰ 70 IAS ਹੋਰ ਦੇ ਦਿਓ, ਮੈਨੂੰ ਇਹ ਨਹੀਂ ਚਾਹੀਦੇ, ਇਹ ਜਿਹੜੇ ਕਰਪਟ ਨੂੰ ਬਚਾਉਣ ਆ ਗਏ, ਮੈਨੂੰ ਇਹ ਨਹੀਂ ਚਾਹੀਦੇ। ਔਰ ਇਹੀ ਪੈਦਾ ਹੁੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਐਸੀ ਕਿਹੜੀ ਮਜਬੂਰੀ ਹੈ ਕਿ ਉਹਨਾਂ ਨੇ ਉਹਨਾਂ ਦੀ ਗੱਲ ਨੂੰ ਅਸੈਪਟ ਕੀਤਾ ਔਰ ਵਿਜੀਲੈਂਸ ਵਾਲੇ ਅਧਿਕਾਰੀ ਤਲਬ ਕਰ ਲਏ ਔਰ ਦੱਸਿਆ ਕਿ ਜਵਾਬ ਮੰਗਣ ਦੀ ਗੱਲਾਂ ਕਹਿਤੀਆਂ ਕਿ ਪਰਮਿਸ਼ਨ ਲਈ ਸੀ ਕਿ ਨਹੀਂ ਲਈ ਸੀ, ਰਿਪੋਰਟ ਚਾਹੀਦੀ ਹੈ। ਕੋਈ ਗੁਨਾਹ ਹੋ ਗਿਆ? ਜੇ ਵਿਜੀਲੈਂਸ, ਵਰਿੰਦਰ ਕੁਮਾਰ ਵੀ ਤਾਂ ਉੱਥੋਂ ਹੀ ਟ੍ਰੇਨਿੰਗ ਕਰਦਾ, ਉਹ ਵੀ ਜਿਹੜਾ ਵਿਜੀਲੈਂਸ ਦਾ ਚੀਫ ਲਾਇਆ ਉਹ ਵੀ IPS ਅਫਸਰ ਆ। ਉਹ ਕਿਹੜਾ ਕਿ ਉੱਥੋਂ ਸਿਪਾਹੀ ਤੋਂ IPS ਲੱਗਾ? ਇਹਨਾਂ ਦੀ ਜਿਹੜੇ IPS IAS ਬਣਦੇ, ਇਹਨਾਂ ਦੀ 6 ਮਹੀਨੇ ਦਾ ਇੱਕ ਬੈਚ ਇਕੱਠਾ ਕੋਰਸ ਹੁੰਦਾ, ਠੀਕ ਹੈ। ਉਹਨੂੰ ਵੀ ਤਾਂ ਪਤਾ ਹੀ ਹੈ ਕਾਨੂੰਨ ਦੇ। ਇਹਨਾਂ IAS ਅਫਸਰਾਂ ਨੂੰ ਤਾਂ ਜ਼ਿਆਦਾ ਕਾਨੂੰਨ ਦੀ ਲੋੜ ਆ। ਮਤਲਬ ਇਹਨਾਂ ਡਰਾ ਲਿਆ, ਧਮਕਾ ਲਿਆ, ਸਰਕਾਰ ਨੂੰ ਘੁਰਕੀ ਮਾਰੀ। ਪਰ ਮੇਰਾ ਸਵਾਲ ਆ ਭਗਵੰਤ ਮਾਨ ਸਾਹਿਬ ਤੱਕ ਕਿ ਅੱਜ ਦੇ ਤੁਸੀਂ PCS ਅਫਸਰਾਂ ਤੋਂ ਡਰ ਗਏ, ਅੱਜ ਜੇ ਤੁਸੀਂ IAS ਅਫਸਰਾਂ ਤੋਂ ਡਰ ਗਏ, ਫਿਰ ਸਟੇਟ ਕਿਵੇਂ ਚਲਾਓਗੇ? ਫਿਰ ਇੱਦਾਂ ਨਹੀਂ ਸਟੇਟ ਚੱਲਦੀ। ਇਹਦਾ ਮਤਲਬ ਹੈ ਕਿ IAS ਅਫਸਰ ਤੇ PCS ਅਫਸਰ ਪੰਜਾਬ ਨੂੰ ਲੁੱਟਦੇ ਰਹਿਣ, ਮਨ ਮਰਜ਼ੀਆਂ ਕਰਦੇ ਰਹਿਣ। ਇਹਨਾਂ ਦੀ ਤਾਂ ਸਾਰੀ ਪ੍ਰਾਪਰਟੀ ਕਰੋ ਨਾ ਚੈੱਕ। ਇਹ ਸਾਲ ਬਾਅਦ ਆਪਣੀ ਭਰਦੇ ਨੇ, ਇਨਕਮ ਟੈਕਸ ਸ਼ੋਅ ਕਰਦੇ ਨੇ, ਪਤਾ ਕਰੋ ਇਹਨਾਂ ਦੇ ਕਿੰਨੇ ਪੈਸੇ ਕਿੱਥੇ ਪਲਾਟ ਖਰੀਦੇ ਨੇ। ਜਿਹੜਾ ਇੱਥੇ ਪੰਜਾਬ ਦੇ ਵਿੱਚ ਇੱਕ IAS ਆਉਂਦਾ, ਇੱਕ ਕਮੀਜ਼ ਇੱਕ ਪੈਂਟ ਪਾ ਕੇ ਆਉਂਦਾ, ਠੀਕ ਹੈ, ਉਸ ਤੋਂ ਬਾਅਦ ਇਹਨਾਂ ਦੇ ਦੇਖੋ ਮਹਿਲ ਦੇ ਮਹਿਲ ਬਣਦੇ ਹੈਗੇ। ਕਰੋ ਚੈੱਕ। ਤੁਸੀਂ ਪੋਲੀਟੀਸ਼ੀਅਨ ਆਪਣੇ ਇੱਕ ਦੂਜੇ ਦੇ ਕੱਪੜੇ ਲਾ ਕੇ ਤੇ ਢਿੱਡ ਨੰਗਾ ਕਰਦੇ ਹੋ, ਇਹਨਾਂ ਦੇ ਵੀ ਢਿੱਡ ਨੰਗੇ ਕਰੋ ਨਾ। ਤੁਸੀਂ ਇੱਕ ਦੂਜੇ ਦੀਆਂ ਪੱਗਾਂ ਲਾ ਰਹੇ, ਹੁਣ
ਕਾਲੀ ਕਾਂਗਰਸੀਆਂ ਦੇ ਲਾਉਂਦੇ ਰਹੇ, ਕਾਂਗਰਸੀ ਕਾਲੀਆਂ ਦੇ ਲਾਉਂਦੇ ਰਹੇ, ਹੁਣ ਆਪ ਵਾਲੇ ਕਾਂਗਰਸੀਆਂ ਦੀ ਲਾ ਰਹੇ, ਕਾਲੀਆਂ ਦੀ ਲਾ ਰਹੇ, ਕੱਲ੍ਹ ਨੂੰ ਇਹਨਾਂ ਦੀ ਵਾਰੀ ਵੀ ਆਊਗੀ। ਫਿਰ ਅਫਸਰ ਕਿੱਥੇ ਜਾਣਗੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ? ਇਹ ਤਾਂ ਹੈ ਨਹੀਂ ਪੋਲੀਟੀਸ਼ਨ। ਤੇ ਮੈਨੂੰ ਲੱਗਦਾ ਜਿਹੜੀ ਐਕਟ 'ਚ ਅਮੈਂਡਮੈਂਟ ਕੀਤੀ ਹੈਗੀ ਆ, ਇਹ ਬੰਦ ਕਰ ਦੇਣੀ ਚਾਹੀਦੀ ਆ। ਜੇ ਬਾਕੀਆਂ ਅਫਸਰਾਂ ਖਿਲਾਫ ਜਾਂ ਛੋਟੇ ਅਫਸਰਾਂ ਅਧਿਕਾਰੀਆਂ ਮੁਲਾਜ਼ਮਾਂ ਖਿਲਾਫ ਪਰਮਿਸ਼ਨ ਦੀ ਲੋੜ ਨਹੀਂ ਆ, ਤੇ ਫਿਰ IAS ਅਫਸਰਾਂ ਖਿਲਾਫ ਨਹੀਂ ਹੋਣੀ ਚਾਹੀਦੀ। ਜਿਹਨੇ ਕਰਪਸ਼ਨ ਕੀਤੀ ਆ, ਠੀਕ ਹੈ, ਉਹਨੂੰ ਉਹ ਜ਼ਰੂਰੀ ਥੋੜ੍ਹਾ ਪਰਮਿਸ਼ਨ ਦੀ ਲੋੜ ਆ। ਦੇਖੋ ਸਭ ਤੋਂ ਵੱਡੀ ਗੱਲ ਇਹਨਾਂ ਕਿ ਇੱਕ ਕਾਨੂੰਨ ਰੱਖਤਾ, ਨੁਕਤਾ ਰੱਖਤਾ, ਉਹ 4 ਸਾਲ ਨਿਕਲ ਜਾਣਗੇ, ਉਦੋਂ ਨੂੰ ਕੇਸ ਰਫਾ ਦਫਾ ਹੋ ਜਾਊਗਾ। ਇੱਦਾਂ ਹੀ ਸਰਵੇਸ਼ ਕੌਸ਼ਲ, ਕਿਰਨਬੀਰ ਸਿੰਘ ਸਿੱਧੂ, ਕਾਹਨ ਸਿੰਘ ਪੰਨੂ, ਬਾਦਲਾਂ ਵੇਲੇ ਕਲੀਨ 'ਚ ਨਹੀਂ ਮਿਲੀ ਪਰਮਿਸ਼ਨ। ਕੈਪਟਨ ਅਮਰਿੰਦਰ ਦੇ 5 ਸਾਲ, ਕਾਂਗਰਸ ਦੇ 5 ਸਾਲ ਨਿਕਲ ਗਏ, 8 ਮਹੀਨੇ ਇਹਨਾਂ ਦੇ ਨਿਕਲੇ, ਫਿਰ ਜਾ ਕੇ ਪਰਮਿਸ਼ਨ ਕੇਸ ਚਲਾਉਂਦੇ ਮਿਲੇ। ਤਾਂ ਹੀ ਤਾਂ ਨਹੀਂ ਰੱਖੀ ਗਈ ਕਿਤੇ ਵੀ ਬਚਣ ਦੇ ਲਈ ਰਾਹ ਦੇ ਦਿਓ, ਠੰਡੇ ਬਸਤੇ 'ਚ ਮਸਲਾ ਪੈ ਗਿਆ ਆਪਣੇ ਆਪ ਹੀ ਛੁਟਕਾਰਾ ਮਿਲ ਜੂ। ਇਹ ਉਦੋਂ ਹੀ ਰਾਜੀਵ ਗਾਂਧੀ ਵੇਲੇ ਵੀ ਉਦੋਂ ਵੀ IAS ਇਕੱਠੇ ਹੋ ਕੇ ਚੱਲ ਗਏ ਸੀ ਜੀ। ਇਦਾਂ ਦੇ ਸਾਡੇ ਖਿਲਾਫ ਸ਼ਿਕਾਇਤਾਂ ਹੁੰਦੀਆਂ ਰਹਿੰਦੀਆਂ, ਵੀ ਸਾਰਿਆਂ ਦੇ ਖਿਲਾਫ ਕਿਉਂ ਹੁੰਦੀਆਂ? ਜਿਨ੍ਹਾਂ ਨੇ ਲੁੱਟਿਆ ਉਹਨਾਂ ਦੇ ਖਿਲਾਫ ਹੀ ਸ਼ਿਕਾਇਤਾਂ ਹੋਣਗੀਆਂ। ਨਾਲੇ ਤਾਂ ਹੀ ਪਰਚਾ ਦਰਜ ਹੋ ਗਿਆ ਜੇ ਤੁਸੀਂ ਬਤੌਰ IAS ਆਫਿਸਰ, ਡਾਇਰੈਕਟਰ, MD ਤੁਸੀਂ ਰਹੇ, ਨੀਲਮਾ ਰਹੀ ਉੱਥੇ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਦੇ ਵਿੱਚ, ਤੇ ਤੇਰੇ ਹੱਥਾਂ 'ਚੋਂ ਫਾਈਲਾਂ ਗਈਆਂ ਨੇ, ਠੀਕ ਹੈ, ਤੇ ਫਿਰ ਉਹ ਤੇ ਬਰਾਬਰ ਦੇ ਦੋਸ਼ੀ ਆ। ਸੁੰਦਰ ਸ਼ਾਮ ਅਰੋੜਾ ਇਹਨੇ ਨਹੀਂ ਗਲਤੀ ਕੀਤੀ ਹੋਊਗੀ, ਇਹਨੇ ਕੀਤੀ ਹੋਊਗੀ। MD ਤੇ ਇਹ ਹੈ, ਕਾਨੂੰਨ ਤੇ ਇਹਨੇ ਦੱਸਣਾ, ਇਹਨੇ ਰਾਹ ਰੋਕਦੀ, ਚਿੱਠੀ ਲਿਖਦੀ। ਜਦੋਂ ਜੇ ਸੁੰਦਰ ਸ਼ਾਮ ਅਰੋੜਾ ਉਹਨਾਂ ਨੇ ਕਰਪਸ਼ਨ ਕੀਤੀ, ਕੀ ਉਦੋਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਸੀ ਕਿ ਮਹਿਕਮੇ ਦੇ ਵਿੱਚ ਤੁਹਾਡਾ ਮੰਤਰੀ ਕਰਿਆ? ਨਹੀਂ, ਕਿਉਂਕਿ ਇਹਨੂੰ ਵੀ ਹਿੱਸਾ ਆ ਗਿਆ ਸੀ, ਇਹਨੂੰ ਵੀ ਪਲਾਟ ਮਿਲ ਗਏ। ਜਿਹੜੇ ਸਤਨਾਮ ਸਿੰਘ ਦਾਊ ਹੋਣੇ ਚਿੱਠੀਆਂ ਸ਼ਿਕਾਇਤਾਂ 132 ਜਾਣੇ ਲਿਸਟ ਕੱਢੀ ਆ, ਜਾਂ ਵਿਜੀਲੈਂਸ ਕੇਸ ਆ, ਉਹਦੇ ਸਾਰੇ ਨੰਗੇ ਨੇ। ਕਈਆਂ ਨੇ ਆਪਣੇ ਰਿਸ਼ਤੇਦਾਰਾਂ ਦੇ ਲੈ ਲਈ, ਕਈਆਂ ਨੇ ਬਨਾਮੀ ਲੈ ਲਈ ਹੈਗੇ, ਕਈਆਂ ਨੇ ਨੌਕਰਾਂ ਦੇ ਨਾਮ ਤੇ ਲੈ ਲਈ ਹੋਊਗੀ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਡਰ ਗਏ, ਆਮ ਆਦਮੀ ਪਾਰਟੀ ਸਰਕਾਰ ਡਰ ਗਈ ਕਿ PCS ਅਫਸਰ ਵੀ ਸਟ੍ਰਾਈਕ ਤੇ ਚੱਲ ਗਏ, ਤਹਿਸੀਲਦਾਰ ਵੀ ਸਟ੍ਰਾਈਕ ਤੇ ਚੱਲ ਗਏ, IAS ਅਫਸਰ ਇਕੱਠੇ ਹੋ ਕੇ ਚੱਲ ਗਏ। ਇੱਕ ਕਲਰਕ ਨੇ ਜਾਂ ਸੁਪਰਡੈਂਟ ਨੇ ਚੰਡੀਗੜ੍ਹ ਆਉਣਾ ਹੋਵੇ ਹੈੱਡਕੁਆਟਰ ਤੇ, ਉਹਨੂੰ ਪਰਮਿਸ਼ਨ ਲੈਣੀ ਪੈਂਦੀ ਆ ਸਟੇਸ਼ਨ ਛੱਡਣ ਦੀ। ਅੱਜ DC ਚੁੱਪ ਕਰਕੇ ਆ ਗਏ, ਦਫ਼ਤਰਾਂ 'ਚ ਗਏ ਨਹੀਂ, IAS ਅਫਸਰ ਦਫ਼ਤਰਾਂ 'ਚ ਗਏ ਨਹੀਂ, ਸਿੱਧਾ ਮੁੱਖ ਮੰਤਰੀ ਨੂੰ ਜਾ ਕੇ ਘੇਰ ਲਿਆ। ਤੇ ਫਿਰ ਸਟੇਟ ਕਿਵੇਂ ਚੱਲੂਗਾ? ਕੱਲ੍ਹ ਨੂੰ ਜੇ ਪਟਵਾਰੀ ਫੜੋਗੇ, ਪਟਵਾਰੀ ਪੂਰੇ ਪੰਜਾਬ 'ਚ ਇਕੱਠੇ ਹੋ ਜਾਣਗੇ। ਜੇ ਕਿਸੇ ਮਾਸਟਰ ਨੂੰ ਫੜੋਗੇ, ਮਾਸਟਰ ਇਕੱਠੇ ਹੋ ਜਾਣਗੇ, ਅਸੀਂ ਨਹੀਂ ਪੜ੍ਹਾਉਂਦੇ ਜੀ ਸਕੂਲ, ਅਸੀਂ ਨਹੀਂ ਜਾਂਦੇ, ਸਾਨੂੰ ਪਹਿਲਾਂ ਪਰਮਿਸ਼ਨ, ਸਾਡੇ ਬੰਦਾ ਜੇ ਫੜਿਆ ਹੈਗਾ ਕੋਈ ਮਾਸਟਰ ਪਹਿਲਾਂ ਪਰਮਿਸ਼ਨ। ਇਵੇਂ ਸਟੇਟ ਨਹੀਂ ਚੱਲਦੇ। ਜਿਹੜਾ ਬੰਦਾ ਕਰਪਟ ਆ। ਸਭ ਤੋਂ ਵੱਡੀ ਗੱਲ ਕਿ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੀਦਾ ਸੀ ਕਿ ਤੁਸੀਂ ਲਿਖ ਕੇ ਦੇ ਦਿਓ, ਗਵਾਹੀ ਦੇ ਦਿਓ ਜਿਹੜੇ 70 ਜਾਣੇ, ਕਿ ਜੇ ਨੀਲਮਾ ਨਹੀਂ ਦੋਸ਼ੀ ਹੈਗੀ ਤੇ ਮੈਂ ਜ਼ਿੰਮੇਵਾਰ ਹਾਂ, ਜੇ ਉਹ ਕਸੂਰਵਾਰ ਆ ਤਾਂ ਉਹਨੂੰ ਅਸੀਂ ਛੱਡਣਾ ਨਹੀਂ ਹੈਗਾ, ਜੇ ਦੋਸ਼ੀ ਨਹੀਂ ਹੋਊਗੀ ਤੇ ਉਹਨੂੰ ਕੋਈ ਡਰਨ ਦੀ ਲੋੜ ਨਹੀਂ ਆ। ਇਹ 70 ਜਾਣੇ ਕੋਈ ਗਵਾਹੀ ਲੈਂਦੇ, ਜਿਹੜੇ ਅਫਸਰ ਗਏ ਨੇ ਅੱਜ ਇਕੱਠੇ ਹੋ ਗਏ, ਉਹ ਸਾਰਿਆਂ ਨੇ ਛੱਡ ਕੇ ਭੱਜ ਜਾਣਾ, ਕੁਰਸੀਆਂ ਛੱਡ ਕੇ ਭੱਜ ਆਉਣਾ, ਪਤਾ ਲੱਗ ਜਾਣਾ ਕਿ ਉਹਨਾਂ 'ਚੋਂ ਕਿੰਨੇ ਕੀ ਇਮਾਨਦਾਰ ਆ। 70 'ਚੋਂ ਇਮਾਨਦਾਰ ਦੇਖ ਲਓ ਕਿੰਨੇ ਕੀ ਗਏ ਹੋਣਗੇ। ਮਤਲਬ ਇਹ ਹੁੰਦੇ ਨਾ, ਉਹ ਚੋਰ ਦਾ ਭਾਈ ਮਸੇਰਾ ਭਾਈ ਕਹਿੰਦੇ ਹੁੰਦੇ, ਇਹਨਾਂ ਦਾ ਉਹ ਹਿਸਾਬ ਆ। ਲੇਕਿਨ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਾਹਿਬ ਨੇ ਜਿਹੜੀ ਇੱਕ ਕਰਪਸ਼ਨ ਦੇ ਖਿਲਾਫ ਮੂਵਮੈਂਟ ਖੜੀ ਕੀਤੀ ਸੀ, ਉਹਦੀ ਫੂਕ ਨਿਕਲ ਗਈ ਆ। ਜੇ ਤੁਸੀਂ ਆਪਣੇ ਮੰਤਰੀ ਨੂੰ ਨਹੀਂ ਬਖਸ਼ਿਆ, ਤੁਸੀਂ ਆਪਣੇ ਮੰਤਰੀ ਵਿਜੇ ਸਿੰਗਲਾ ਨੂੰ ਨਹੀਂ ਬਖਸ਼ਿਆ, ਤੁਸੀਂ ਉਦੋਂ ਉਹਨਾਂ ਦੀ ਆਡੀਓ ਸੁਣੀ, ਨਾਲ ਹੀ ਉਹਦੇ ਖਿਲਾਫ ਪਰਚਾ ਦਰਜ ਕਰਤਾ, ਨਾਲ ਉਹਨੂੰ ਕੈਬਨਿਟ 'ਚੋਂ ਬਾਹਰ ਕੱਢਤਾ। ਜੇ ਤੁਸੀਂ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਮੰਡਲ 'ਚੋਂ ਬਾਹਰ ਕੱਢ ਦਿੱਤਾ ਗਾ, ਤੁਸੀਂ ਅੱਜ ਨੀਲਮਾ ਦੇ ਚੱਕਰ 'ਚ ਡਰ ਗਏ। ਤੁਸੀਂ ਅੱਜ ਇਹ ਡਰ ਗਏ ਕਿ ਮੇਰੇ ਕੋਲ 70 IAS ਇਕੱਠੇ ਹੋ ਗਏ, ਮੇਰੇ ਸਟੇਟ ਬੰਦ ਹੋ ਜਾਊਗਾ। ਇਹ IAS ਅਫਸਰ ਇਹਨਾਂ ਦੇ ਪੈਰ ਧਰਤੀ ਤੇ ਥੋੜ੍ਹਾ ਹੁੰਦੇ, ਤੇ ਉੱਪਰ ਉੱਡਦੇ ਹੁੰਦੇ। ਤੁਸੀਂ ਇੱਕ ਮਾੜੀ ਜਿਹੀ ਦਬਕਾ ਮਲਦੇ, ਸਾਰਿਆਂ ਦੀਆਂ ਫਾਈਲਾਂ ਖੋਲ੍ਹ ਦਿੰਦੇ। ਜਿੰਨੇ 70 'ਚ ਹੋ ਗਏ, ਮੈਨੂੰ ਲੱਗਦਾ 35-40 ਦੇ ਖਿਲਾਫ ਪਰਚੇ ਆਪ ਹੀ ਦਰਜ ਹੋ ਜਾਣੇ ਸੀ, ਨਿਕਲ ਆਉਣੇ ਸੀ। ਇਹਨਾਂ ਨੇ ਬਥੇਰੀਆਂ ਠੱਗੀਆਂ ਮਾਰੀਆਂ ਹੈਗੀਆਂ, ਪਤਾ ਲੱਗ ਜਾਣਾ ਹੈਗਾ ਸੀ। ਗਵਰਨਮੈਂਟ ਆਫ ਇੰਡੀਆ ਨੂੰ ਲਿਖ ਦਿੰਦੇ ਹੈਗੇ ਕਿ ਮੈਨੂੰ ਜੀ 70 ਅਫਸਰ ਹੋਰ ਭੇਜ ਦਿਓ, ਠੀਕ ਹੈ ਜੀ। ਪੰਜਾਬ ਦੇ PCS ਅਫਸਰਾਂ ਲੈ ਲਓ, ਜਿਹੜੇ ਕੋ ਮਰਜ਼ੀ ਲੈ ਲਓ, ਕੰਮ ਲੈ ਲਓ, ਠੀਕ ਹੈ। ਪਰ ਇਹ ਤਾਂ ਸਰਕਾਰ ਡਰ ਗਈ, ਡਰਾ ਲਿਆ ਅੱਗੇ। ਹੁਣ ਇੱਕ ਪਾਸੇ ਕੱਲ੍ਹ ਪੰਜਾਬ ਵਿਜੀਲੈਂਸ ਬਿਊਰੋ ਦਾ ਇੱਕ ਪ੍ਰੈਸ ਨੋਟ ਆਇਆ ਸੀ ਕਿ ਅਸੀਂ ਜੀ ਬੜੇ ਬੰਦੇ ਫੜ ਲਿਆ ਗਏ ਨੇ। ਉਹ ਫੜੇ ਕਿਹੜੇ ਵਿਚਾਰੇ? ਸਿਪਾਹੀ, ਪਟਵਾਰੀ, ਤਹਿਸੀਲਦਾਰ ਦਾ ਕਲਰਕ, DC ਦਾ ਕਲਰਕ, ਉਹ ਆਪ ਥੋੜ੍ਹਾ ਪੈਸੇ ਕਮਾਉਂਦੇ ਨੇ। ਕਹਿੰਦੇ ਨੇ ਸਰਕਾਰੀ ਅਧਿਕਾਰੀ ਜਿਹੜਾ ਰਜਿਸਟਰੀ ਕਲਰਕ ਹੁੰਦਾ ਨਾ, ਉਹ ਆਪਣਾ ਘਰ ਪਤਾ ਨਹੀਂ ਉਹਦਾ ਚੱਲਦਾ ਕਿ ਨਹੀਂ ਚੱਲਦਾ, ਉਹਦੇ ਰਾਹੀਂ 6 ਘਰ ਚੱਲਦੇ ਨੇ, SDM ਦਾ, ਤਹਿਸੀਲਦਾਰ ਦਾ, ADC ਦਾ, DC ਦਾ। ਉਹ ਜਦੋਂ ਪੈਸੇ ਲੈਂਦਾ ਲੋਕਾਂ ਕੋਲ, ਇਹਨਾਂ ਦੇ ਘਰ ਹੀ ਚੱਲਦੇ ਨੇ। ਅਤੇ ਇਸ ਕਰਕੇ ਇਹ ਕੀ ਆ, ਇਹ ਮੋਹਰੇ ਰੱਖੇ ਹੈਗੇ ਨੇ। ਜਦ ਤੱਕ ਮੈਂ ਜਿੱਦਾਂ ਕਹਿਣਾ ਕਿ ਜਿੰਨਾ ਚਿਰ ਅਸੀਂ ਪੌੜੀਆਂ ਕਰਪਸ਼ਨ ਦੀਆਂ ਉੱਪਰੋਂ ਨਹੀਂ ਸਾਫ਼ ਕਰਦੇ। ਕਦੀ ਫੜਿਆ ਕੋਈ DGP ਫੜਿਆ, ਕੋਈ ਚੀਫ ਸੈਕਟਰੀ ਫੜਿਆ, ਕੋਈ ਵੱਡੇ ਅਫਸਰ ਫੜੇ ਹੈਗੇ ਨੇ? ਜਿਹੜੇ ਫੜੇ ਨੇ ਉਹ ਬਰੀ ਹੋ ਜਾਂਦੇ, ਬਾਅਦ 'ਚ ਵੱਡੇ ਅਹੁਦੇ ਮਿਲ ਜਾਂਦੇ ਹੈਗੇ ਨੇ। ਅਤੇ ਇਸ ਕਰਕੇ ਮੈਨੂੰ ਲੱਗਦਾ ਕਿ ਪਹਿਲੀ ਦਫਾ ਜਿਹੜਾ ਸਰਵੇਸ਼ ਕੌਸ਼ਲ, ਉਹ ਵੀ ਰਿਟਾਇਰਮੈਂਟ ਤੋਂ ਬਾਅਦ, ਕਿਰਨਬੀਰ ਸਿੰਘ ਸਿੱਧੂ, ਉਹ ਵੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਸਮਨਿੰਗ ਹੋਈ ਆ, ਤਲਬ ਹੋਏ ਨੇ। ਨਹੀਂ ਤਾਂ ਇਹ ਤਾਂ
ਚਾਹੇ ਰਿਟਾਇਰ ਹੋਣ ਚਾਹੇ ਨਾ ਰਿਟਾਇਰ ਹੋਣ, ਇਹਨਾਂ ਨੂੰ ਹੱਥ ਪਾਉਣਾ ਹੀ ਆਪਣੇ ਆਪ 'ਚ ਬਹੁਤ ਔਖਾ ਹੁੰਦਾ ਸਰਕਾਰਾਂ ਵਾਸਤੇ। ਅੱਜ ਮੈਨੂੰ ਲੱਗਦਾ ਕਿ ਮਾਨ ਸਾਹਿਬ ਨੂੰ ਇੱਦਾਂ ਨਹੀਂ ਚਾਹੀਦਾ ਵੀ ਉਹਨਾਂ ਨੂੰ ਸਿੱਧਾ ਕਹਿੰਦੇ ਵੀ ਜੇ ਤੇ ਕਰਪਸ਼ਨ ਕੀਤੀ ਆ ਮੈਨੂੰ ਲਿਖ ਕੇ ਦੇ ਦਿਓ, ਗਵਾਹੀ ਲੈ ਲੈਂਦੇ। ਆਪਾਂ ਜਦੋਂ ਪੰਚਾਇਤ ਦੇ ਵਿੱਚ ਜਾਂਦੇ ਨੇ ਗਵਾਹੀ ਨਹੀਂ ਲੈਂਦੇ ਹੈਗੇ, ਜਾਮ ਨਹੀਂ ਭਰਦੇ ਹੈਗੇ। ਇਹਨਾਂ 'ਚੋਂ ਕਿਸੇ ਨੇ ਜਾਮ ਨਹੀਂ ਭਰਨੀ ਹੈਗੀ। ਪਤਾ ਸਾਰਿਆਂ ਨੂੰ, ਇਹਨਾਂ ਨੂੰ ਇੱਕ ਦੂਜੇ ਨੂੰ ਪਤਾ ਵੀ ਕਈ ਕਿਸੇ ਦਾ ਪੈਸੇ ਘੱਟ ਖਾਂਦਾ, ਕੋਈ ਵੱਧ ਖਾਂਦਾ। ਜਿਹੜੇ ਪੰਜਾਬ ਦੇ ਅਫਸਰ 50,000 ਰੁਪਏ ਦੀ ਬੈਲਟ ਲਾਉਂਦੇ ਨੇ, 10,000 ਦੀਆਂ ਕਮੀਜ਼ਾਂ ਪਾਉਂਦੇ ਨੇ, ਇਹਨਾਂ ਦੇ ਆਲੀਸ਼ਾਨ ਮਹਿਲ ਬਣ ਗਏ ਨੇ। ਉਹ ਕਿਵੇਂ ਬਣ ਗਏ? ਵੱਧ ਤੋਂ ਵੱਧ ਜਿਹੜੀ ਨੀਲਮਾ ਉਹਦੀ ਪੌਣੇ 2 ਲੱਖ ਤਨਖਾਹ ਹੋਊਗੀ। ਇੱਦਾਂ ਦੇ ਬਹੁਤ ਸਾਰੇ ਹੈਗੇ ਨੇ ਯਾਰ। ਜੇ ਬੰਦਾ ਪੌਣੇ 2 ਲੱਖ ਰੁਪਈਆ ਲੈ ਕੇ ਨਹੀਂ ਢਿੱਡ ਭਰਦਾ, ਘਰ ਵਾਲੇ ਦੀ ਵੱਖਰੀ ਤਨਖਾਹ 5 ਲੱਖ ਦੋਨਾਂ ਦੀ ਤਨਖਾਹ, ਜੇ ਬੰਦੇ ਦਾ 5 ਲੱਖ ਰੁਪਈਏ ਦੇ ਨਾਲ ਹੀ ਢਿੱਡ ਨਹੀਂ ਭਰਦਾ ਤੇ ਕੀ ਉਹਨੂੰ ਫਿਰ ਜਿਹੜੀਆਂ ਉਹ ਝਾਰਖੰਡ ਦੇ, ਛੱਤੀਸਗੜ੍ਹ, ਉੜੀਸਾ ਦੇ ਵਿੱਚ ਸੋਨੇ ਦੀਆਂ ਖਾਨਾਂ ਉਹਦਾ ਠੇਕਾ ਦੇ ਦਈਏ? ਮੈਨੂੰ ਲੱਗਦਾ ਕਿ ਅੱਜ ਭਗਵੰਤ ਮਾਨ ਸਾਹਿਬ ਨੇ ਆਪਣੇ ਆਪ ਨਾਲ ਧੋਖਾ ਕੀਤਾ, ਆਪਣੇ ਆਪ ਨਾਲ ਧੱਕਾ ਕਰ ਗਏ। ਉਹ ਡਰ ਗਏ ਨੇ ਕਿ ਕਿਤੇ ਅਫਸਰ ਨਾਰਾਜ਼ ਨਾ ਹੋਏ। ਯਾਰ ਅਫਸਰ ਨਾਰਾਜ਼ ਨੇ ਤੇ ਫਿਰ ਉਹ ਤੁਹਾਡੇ ਕੋਲ ਕਾਂਗਰਸ ਵੀ ਨਾਰਾਜ਼ ਨੇ, ਤੁਹਾਡੇ ਕੋਲ ਅਕਾਲੀ ਦਲ ਵਾਲੇ ਵੀ ਨਾਰਾਜ਼ ਆ। ਜੇ ਸਾਰਿਆਂ ਦੀ ਨਾਰਾਜ਼ਗੀਆਂ ਤੁਸੀਂ ਚੋਰਾਂ ਦੀਆਂ ਇੱਦਾਂ ਦੂਰ ਕਰਨ ਲੱਗ ਪਏ, ਫਿਰ ਤੁਸੀਂ ਕਿਵੇਂ ਅਗਲੇ 4 ਸਾਲ ਪੂਰੇ ਕਰਨੇ ਹੈਗੇ? ਤੇ ਮੈਨੂੰ ਲੱਗਦਾ ਕਿ ਕਰਪਸ਼ਨ ਚਾਹੇ ਕਿਸੇ ਚਪੜਾਸੀ ਨੇ ਕੀਤੀ, ਚਾਹੇ ਕਿਸੇ ਡੀਸੀ ਨੇ ਕੀਤੀ, ਚਾਹੇ ਕਿਸੇ ਚੀਫ ਸੈਕਟਰੀ ਨੇ ਕੀਤੀ, ਚਾਹੇ ਡੀਜੀਪੀ ਨੇ ਕੀਤੀ, ਜਿੰਨੇ ਵੀ ਕਰਪਸ਼ਨ ਕੀਤੀ ਆ, ਚਾਹੇ ਪੋਲੀਟੀਸ਼ੀਅਨ, ਚਾਹੇ ਮੁਲਾਜ਼ਮ, ਚਾਹੇ ਅਧਿਕਾਰੀ ਆ, ਚਾਹੇ ਕੋਈ ਪੀਸੀਐਸ, ਚਾਹੇ ਕੋਈ ਆਈਪੀਐਸ ਆਈਏਐਸ ਆ, ਇਹ ਜਿਹੜੇ ਚੋਰ ਨੇ, ਜਿਹੜੇ ਲਟੇਰੇ ਨੇ, ਉਹਨਾਂ ਨੂੰ ਫੜਨਾ ਹੀ ਚਾਹੀਦਾ ਹੈਗਾ ਵਾ। ਇਹ ਜਿਹੜੀਆਂ ਕਰਨੀਆਂ ਚਾਹੀਦਾ, ਸੈਂਟਰ ਨੂੰ ਵੀ ਚਾਹੀਦਾ ਹੈਗਾ, ਗੌਰਮੈਂਟ ਆਫ ਇੰਡੀਆ ਨੂੰ। ਕਿਆ ਜਿਹੜੇ ਇਹਨਾਂ ਨੇ ਲਕੂਨੇ ਪਾਏ ਨਾ, ਨੁਕਤੇ ਪਾਏ ਕਿ ਜੀ ਸੈਕਸ਼ਨ 17 ਇਹ ਆ, ਜੇ ਹਿੰਦੁਸਤਾਨ ਦਾ ਸੰਵਿਧਾਨ ਕਈ ਦਫਾ ਵਾਰ ਬਦਲ ਗਿਆ, ਚੇਂਜ ਹੁੰਦਾ ਰਹਿੰਦਾ, ਤੇ ਇਹ ਵਾਲੀ ਐਕਟ 'ਚ ਵੀ ਅਮੈਂਡਮੈਂਟ ਕਰ ਦਿਓ ਕਿ ਕੋਈ ਪਰਮਿਸ਼ਨ ਦੀ ਲੋੜ ਨਹੀਂ ਆ। ਹੁਣ ਇਹਨਾਂ ਨੇ ਹੋਰ ਡਰਾਮਾ ਕਰ ਲਿਆ ਆਈਐਸ ਆਈਪੀਐਸ ਨੇ। ਜੇ ਇਹਨਾਂ ਨੂੰ ਲੋੜ ਵੀ ਪੈਂਦੀ ਆ, ਅਰੈਸਟ ਕਰਨ ਦੀ ਲੋੜ ਆ, ਪਹਿਲਾਂ ਕਹਿੰਦੇ ਗੌਰਮੈਂਟ ਆਫ ਇੰਡੀਆ ਕੋ ਪਰਮਿਸ਼ਨ ਲਓ ਜੀ ਵੀ ਅਸੀਂ ਗੌਰਮੈਂਟ ਆਫ ਇੰਡੀਆ ਆਲ ਇੰਡੀਆ ਸਰਵਿਸ ਆ। ਫਿਰ ਆਲ ਇੰਡੀਆ ਸਰਵਿਸ ਆ ਤੇ ਫਿਰ ਗੌਰਮੈਂਟ ਆਫ ਇੰਡੀਆ ਕੋ ਤਨਖਾਹ ਲਿਆ ਕਰੋ। ਫਿਰ ਪੰਜਾਬ ਸਰਕਾਰ ਕੋ ਤਨਖਾਹ ਕਿਉਂ ਲੈਂਦੇ? ਸੂਬਾ ਸਰਕਾਰਾਂ ਕੋ ਤਨਖਾਹ ਲੈਂਦੇ ਹੈਗੇ ਨੇ। ਇਹ ਨੁਕਤੇ ਨੇ। ਸਰਕਾਰਾਂ ਪਤਾ ਨਹੀਂ ਕਿਉਂ ਮੰਨ ਜਾਂਦੀਆਂ, ਕਿਉਂਕਿ ਬੇਸਿਕਲੀ ਸਰਕਾਰ ਇਹੋ ਚਲਾਉਂਦੇ ਨੇ। ਪਰ ਮੈਨੂੰ ਇਹ ਲੱਗਦਾ ਹੈਗਾ ਕਿ ਇੱਦਾਂ ਡਰਨਾ ਨਹੀਂ ਚਾਹੀਦਾ। ਜਿਹੜੇ ਵੀ ਬੇਈਮਾਨ, ਦੇਖੋ ਇਮਾਨਦਾਰ ਬੰਦੇ ਨੂੰ ਕੋਈ ਡਰ ਨਹੀਂ ਹੁੰਦਾ, ਬੇਈਮਾਨ ਨੂੰ ਡਰ ਹੁੰਦਾ, ਤੇ ਬੇਈਮਾਨਾਂ ਦਾ ਰਾਜ ਅੱਜ ਕੱਲ੍ਹ ਚੱਲਦਾ ਹੈਗਾ। ਮੈਨੂੰ ਲੱਗਦਾ ਕਿ ਇੱਕ ਪਾਸੇ ਭਗਵੰਤ ਮਾਨ ਸਾਹਿਬ ਕਹਿੰਦੇ ਨਾ, ਜਾਂ ਕੇਜਰੀਵਾਲ ਸਾਹਿਬ ਕਹਿੰਦੇ ਅਸੀਂ ਤੇ ਜੀ ਕੱਟੜ ਇਮਾਨਦਾਰ ਆ, ਤੇ ਕੱਟੜ ਇਮਾਨਦਾਰ ਡਰਦੇ ਨਹੀਂ ਹੁੰਦੇ, ਪਰ ਅੱਜ ਡਰ ਗਏ ਨੇ। ਇਸ ਕਰਕੇ ਹੁਣ ਦੇਖਦੇ ਹਾਂ ਕਿ ਬਾਕੀ ਜਿਹੜੀ ਇਹਨਾਂ ਨੇ ਮੂਵਮੈਂਟ ਕਰਪਸ਼ਨ ਦੇ ਖਿਲਾਫ ਸ਼ੁਰੂ ਕੀਤੀ, ਉਹਨੂੰ ਕਿਵੇਂ ਅੱਗੇ ਲੈ ਕੇ ਚੱਲਦੇ ਨੇ। ਪਰ ਹੁਣ ਲੱਗਦਾ ਕਿ ਕੱਲ੍ਹ ਨੂੰ ਹੋਰ ਖੜੇ ਹੋਣਗੇ, ਤੇ ਫਿਰ ਕਿਵੇਂ ਕੱਲ੍ਹ ਨੂੰ ਤੁਸੀਂ ਪੰਚਾਇਤ ਸੈਕਟਰੀ ਫੜੇ ਜਾਣਗੇ। ਹੁਣ ਸਰਪੰਚਾਂ ਦੇ ਖਿਲਾਫ ਪਰਚੇ ਦਰਜ ਹੋ ਰਹੇ ਨਾ ਜੀ, ਹੇਰਾਫੇਰੀ ਕੀਤੀ। ਕੱਲ੍ਹ ਨੂੰ ਪੰਚਾਇਤ ਸੈਕਟਰੀ ਕਹਿਣਗੇ ਜੀ ਜੇ ਸਾਡਾ ਬੰਦਾ ਫੜਿਆ ਪਹਿਲਾਂ ਪਰਮਿਸ਼ਨ ਲਓ, ਤੇ ਫਿਰ ਤੇ ਸਰ ਗਿਆ, ਫਿਰ ਤੇ ਤੁਹਾਡਾ ਨਾਰਾ ਹੀ ਰਹਿ ਜਾਣਾ ਗਾ ਕਰਪਸ਼ਨ ਦੇ ਖਿਲਾਫ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈਗੀ। ਬਹੁਤ ਸ਼ੁਕਰੀਆ, ਧੰਨਵਾਦ। ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੀ ਝੁਕੇ ਨੇ ਜਾਂ ਫਿਰ ਕਾਨੂੰਨੀ ਤੌਰ ਦੇ ਹਿਸਾਬ ਨਾਲ ਚੱਲ ਰਹੇ ਨੇ ਕਿ ਆਈਐਸ ਅਫਸਰ ਜੇ ਮੇਰੇ ਕੋਲ ਆਏ ਤਾਂ ਉਹਨਾਂ ਦੀ ਗੱਲ ਸੁਣੀ ਜਾਵੇ ਤੇ ਉਸ ਦੇ ਉੱਤੇ ਚੱਲਿਆ ਜਾਵੇ। ਇਹ ਤਾਂ ਹੁਣ ਸਰਕਾਰ ਨੇ ਤੈਅ ਕਰਨਾ ਹੈ ਕਿ 2 ਐਨਕਾਂ ਦੇ ਨਾਲ ਭ੍ਰਿਸ਼ਟਾਚਾਰੀਆਂ ਨੂੰ ਦੇਖਣਾ ਹੈ ਜਾਂ ਇੱਕੋ ਐਨਕ ਦੇ ਨਾਲ ਦੇਖਣਾ ਹੈ। ਇਹ ਸਰਕਾਰ ਤੈਅ ਕਰੇ। ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।